Hello friends, welcome to on my YouTube channel Be Educational Winners। ਫਰੈਂਡਸ ਅੱਜ ਅਸੀਂ ਸਿਵਿਕਸ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਜੋ ਭਾਰਤੀ ਸੰਵਿਧਾਨ ਦੇ ਮਹੱਤਵਪੂਰਨ ਭਾਗ ਹਨ ਤੇ ਇਸ ਨਾਲ ਰਿਲੇਟਡ ਜੋ ਇੰਪੋਰਟੈਂਟ ਕੁਐਸਚਨ ਜੋ ਹਨ ਪੇਪਰ ਵਿੱਚ ਪੁੱਛੇ ਜਾ ਸਕਦੇ ਹਨ ਉਹ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਇਸ ਤੋਂ ਪਹਿਲਾਂ ਜੋ ਹੈ ਅਸੀਂ ਸੰਵਿਧਾਨ ਦੇ ਮਹੱਤਵਪੂਰਨ ਭਾਗ ਵਿੱਚ ਜੋ 10 ਭਾਗ ਹਨ ਉਹ ਡਿਸਕਸ ਕਰ ਚੁੱਕੇ ਹਾਂ ਪ੍ਰੀਵੀਅਸ ਵੀਡੀਓ ਵਿੱਚ। ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਸਭ ਤੋਂ ਪਹਿਲਾਂ ਜੋ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਪ੍ਰੀਵੀਅਸ ਵੀਡੀਓ ਨਾਲ ਜੋ ਹੈ ਤੁਸੀਂ ਇਸ ਕਨਸੈਪਟ ਨਾਲ ਸਾਰੇ ਹੀ ਕੁਐਸਚਨ ਜੋ ਹਨ ਤੇ ਫੈਕਟ ਜੋ ਹਨ ਉਹ ਕਲੀਅਰ ਕਰ ਸਕਦੇ ਹੋ। ਸੋ ਫਰੈਂਡਸ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੋਏਗੀ ਜੋ PS ਟੈਟ CTET ETT ਮਾਸਟਰ ਕਾਰਡ ਐਂਡ ਅਦਰ ਕੰਪੀਟੀਟਿਵ ਐਗਜ਼ਾਮ ਦੇਣ ਵਾਲੇ ਜੋ ਕੈਂਡੀਡੇਟ ਹਨ ਉਹਨਾਂ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਏਗੀ। ਸੋ ਸਟਾਰਟ ਕਰਦੇ ਹਾਂ। ਅੱਜ ਦੀ ਜੋ ਸੰਵਿਧਾਨ ਦੇ ਮਹੱਤਵਪੂਰਨ ਭਾਗ ਹਨ ਉਸ ਦੇ ਵਿੱਚ ਅਸੀਂ ਸੰਵਿਧਾਨ ਦੇ ਜੋ 11ਵੇਂ ਭਾਗ ਤੋਂ ਲੈ ਕੇ 22ਵੇਂ ਭਾਗ ਤੱਕ ਜੋ ਹੈ ਉਹ ਬਹੁਤ ਹੀ ਡਿਟੇਲ ਦੇ ਨਾਲ ਇੱਕ ਈਜ਼ੀ ਟ੍ਰਿਕ ਦੇ ਨਾਲ ਜਾਣਨਾ ਹੈ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਅਸੀਂ ਸੰਵਿਧਾਨ ਦੇ ਪਹਿਲੇ 10 ਭਾਗਾਂ ਬਾਰੇ ਜਾਣਿਆ ਸੀ ਉਸ ਦੀ ਅਸੀਂ ਇਸ ਟ੍ਰਿਕ ਨੂੰ ਜੋ ਸੀ ਇਸ ਲਾਈਨ ਨੂੰ ਜੋ ਸੀ ਅਸੀਂ ਯਾਦ ਰੱਖਿਆ ਸੀ ਕਿ UCFD ਵਿੱਚ US ਇੱਕ ਡੀਲ ਅਨੁਸੂਚਿਤ ਜਾਤੀਆਂ ਦੇ ਨਾਲ ਕਰਦਾ ਹੈ। ਸੋ ਅਨੁਸੂਚਿਤ ਜਾਤੀਆਂ ਦਾ ਜੋ ਸਾਡਾ ਭਾਗ ਸੀ ਸੰਵਿਧਾਨ ਦਾ ਉਹ 10ਵਾਂ ਭਾਗ ਸੀ। ਅੱਜ ਅਸੀਂ 11ਵੇਂ ਭਾਗ ਤੋਂ ਲੈ ਕੇ 22ਵੇਂ ਭਾਗ ਤੱਕ ਜਾਣਨਾ ਹੈ। ਸੋ ਅਸੀਂ ਉਸ ਦੇ ਲਈ ਜੋ ਹੈ ਇੱਕ ਇਸ ਲਾਈਨ ਨੂੰ ਜੋ ਹੈ ਟ੍ਰਿਕ ਨੂੰ ਯਾਦ ਰੱਖਣਾ ਹੈ, ਇੱਕ ਇਸ ਜੋ ਵਰਡ ਨੂੰ ਜੋ ਹੈ ਆਪਣੇ ਮਾਈਂਡ ਦੇ ਵਿੱਚ ਜੋ ਬਿਠਾਉਣਾ ਹੈ ਜਿਸ ਦੇ ਨਾਲ ਅਸੀਂ ਈਜ਼ੀ ਵੇ ਦੇ ਨਾਲ ਫਸਟ ਡਿਜਿਟ ਨੂੰ ਲੈ ਕੇ ਆਪਣੇ ਮਾਈਂਡ ਦੇ ਵਿੱਚ ਸੀਰੀ ਵਾਈਜ਼ ਜੋ ਹੈ ਇਹਨਾਂ ਭਾਗਾਂ ਨੂੰ ਯਾਦ ਰੱਖ ਸਕਦੇ ਹਾਂ। ਸੋ ਅਸੀਂ ਫਰੈਂਡਸ ਦੇਖ ਸਕਦੇ ਹਾਂ ਕਿਸ ਤਰ੍ਹਾਂ ਇਹਨਾਂ ਦੇ ਵਿੱਚੋਂ ਜੋ ਹੈ ਸਾਡੇ ਜੋ ਭਾਗ ਹਨ ਉਹ ਸਾਨੂੰ ਯਾਦ ਹੁੰਦੇ ਜਾਣਗੇ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 11ਵੇਂ ਭਾਗ ਦੇ ਵਿੱਚ ਰਿਲੇਸ਼ਨ ਬਿਟਵੀਨ ਯੂਨੀਅਨ ਐਂਡ ਸਟੇਟ ਆਰ ਤੁਸੀਂ ਦੇਖ ਸਕਦੇ ਹਾਂ ਰਿਲੇਸ਼ਨ ਕਿਸ ਦੇ ਵਿੱਚ ਹੈ ਸੰਘ ਤੇ ਰਾਜਾਂ ਦਾ, ਯੂਨੀਅਨ ਐਂਡ ਸਟੇਟ ਦਾ। ਤੇ ਇਸ ਦਾ ਆਰਟੀਕਲ ਵੀ ਜੋ ਹੈ ਸਾਨੂੰ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਸੰਘ ਅਤੇ ਰਾਜਾਂ ਦਾ ਸੰਬੰਧ ਕਿਸ ਭਾਗ ਦੇ ਵਿੱਚ ਹੈ ਤੇ ਕਿਸ ਆਰਟੀਕਲ ਦੇ ਅੰਦਰ ਆਉਂਦਾ ਹੈ। ਤੇ ਇਹ ਆਰਟੀਕਲ ਹੈ 245 ਤੋਂ ਲੈ ਕੇ 263 ਤੇ ਇਸ ਦੇ ਵਿੱਚ ਜੋ ਸੰਬੰਧ ਦੱਸਿਆ ਹੈ ਉਹ ਤੁਸੀਂ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟ ਹੈ, ਇਹ ਪੁੱਛ ਲਿਆ ਜਾਂਦਾ ਹੈ। ਤਾਂ 11ਵੇਂ ਭਾਗ ਦੇ ਵਿੱਚ ਰਿਲੇਸ਼ਨ ਆਰ ਤੋਂ ਤੁਸੀਂ ਯਾਦ ਰੱਖਣਾ ਹੈ ਰਿਲੇਸ਼ਨ ਸੰਘ ਤੇ ਰਾਜਾਂ ਦਾ, ਯੂਨੀਅਨ ਐਂਡ ਸਟੇਟ ਦਾ। ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਨੈਕਸਟ ਸਾਡੇ ਕੋਲ ਡਿਜਿਟ ਹੈ FT ਨੂੰ ਤੁਸੀਂ ਪਹਿਲਾਂ ਯਾਦ ਰੱਖਣਾ ਹੈ। F ਤੋਂ ਨਿਕਲਦਾ ਹੈ ਸਭ ਤੋਂ ਪਹਿਲਾਂ ਵਰਡ ਫਾਈਨੈਂਸ ਪ੍ਰੋਪਰਟੀ ਨਾਲ ਰਿਲੇਟਡ ਜੋ ਵੀ ਕੰਸੈਪਟ ਹੈ ਉਹ ਸਾਡੇ ਸੰਵਿਧਾਨ ਦੇ ਵਿੱਚ ਭਾਗ 12 ਦੇ ਵਿੱਚ ਐਡ ਕੀਤਾ ਗਿਆ ਹੈ। ਵਿੱਤ ਸੰਬੰਧੀ ਜੋ ਵੀ ਮਾਮਲੇ ਹਨ, ਜੋ ਵੀ ਇਸ ਦੇ ਵਿੱਚ ਵਿਵਸਥਾ ਕੀਤੀ ਗਈ ਹੈ ਉਹ ਭਾਗ ਜੋ ਹੈ ਸੰਵਿਧਾਨ ਦੇ 12 ਦੇ ਵਿੱਚ ਕੀਤੀ ਗਈ ਹੈ। ਜੇ ਇਸ ਦਾ ਅਸੀਂ ਆਰਟੀਕਲ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਤਾਂ 264 ਤੋਂ ਲੈ ਕੇ 300 ਤੱਕ 300A ਤੱਕ ਤੁਸੀਂ ਜੋ ਹੈ ਇਸ ਦਾ ਆਰਟੀਕਲ ਵੀ ਯਾਦ ਰੱਖਣਾ ਹੈ। ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਸੰਘ ਅਤੇ ਰਾਜਾਂ ਦਾ ਸੰਬੰਧ ਕਿਸ ਸੰਵਿਧਾਨ ਦੇ ਭਾਗ ਵਿੱਚ ਹੈ ਤੇ ਵਿੱਤ ਸੰਬੰਧੀ ਜੋ ਜ਼ਿਕਰ ਹੈ ਉਹ ਸੰਵਿਧਾਨ ਦੇ ਕਿਸ ਭਾਗ ਵਿੱਚ ਕੀਤਾ ਗਿਆ ਹੈ। ਸੋ ਤੁਸੀਂ ਜੋ ਹੈ ਇਸ ਨੂੰ RF ਦੇ ਨਾਲ ਯਾਦ ਰੱਖਣਾ ਹੈ। ਰਿਲੇਸ਼ਨ ਜੋ ਹੈ 11ਵੇਂ ਦੇ ਵਿੱਚ ਤੇ F ਤੋਂ ਫਾਈਨੈਂਸ ਨਾਲ ਰਿਲੇਟਡ ਜੋ ਹੈ ਸੰਵਿਧਾਨ ਦੇ 12ਵੇਂ ਭਾਗ ਦੇ ਵਿੱਚ। ਸੋ ਤੁਸੀਂ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟ ਹੈ। ਅੱਗੇ ਸਾਡੇ ਕੋਲ ਜੋ ਡਿਜਿਟ ਬਚਦਾ ਹੈ ਉਹ ਹੈ T, ਬਹੁਤ ਹੀ ਇੰਪੋਰਟੈਂਟ। T ਤੋਂ ਜੋ ਫਰੈਂਡਸ ਤੁਸੀਂ ਯਾਦ ਰੱਖਣਾ ਹੈ ਟ੍ਰੇਡ ਦੇ ਨਾਲ ਹੀ ਤੁਸੀਂ ਸਾਰੀ ਲਾਈਨ ਨੂੰ ਆਪਣੇ ਮਾਈਂਡ ਵਿੱਚ ਬਿਠਾ ਸਕਦੇ ਹੋ। ਟ੍ਰੇਡ, ਕਾਮਰਸ ਐਂਡ ਇੰਟਰਕੋਰਸਿਸ। ਜੋ ਟ੍ਰੇਡ ਭਾਵ ਵਪਾਰ ਵਣਜੀਕਰਨ ਨਾਲ ਰਿਲੇਟਡ ਜੋ ਵੀ ਕੰਸੈਪਟ ਹੈ, ਜੋ ਵੀ ਜੋ ਇਸ ਦੇ ਨਾਲ ਰਿਲੇਟਡ ਵਿਵਸਥਾ ਕੀਤੀ ਹੈ ਤਾਂ ਸੰਵਿਧਾਨ ਦੇ ਭਾਗ 13 ਦੇ ਵਿੱਚ ਦਰਜ ਹੈ। ਸੰਵਿਧਾਨ ਦਾ ਜੋ 13ਵਾਂ ਭਾਗ ਹੈ ਉਸ ਦੇ ਵਿੱਚ ਵਪਾਰ ਟ੍ਰੇਡ ਦੇ ਨਾਲ ਰਿਲੇਟਡ ਜੋ ਹੈ ਉਹ ਜੋ ਹੈ ਇਸ ਦੇ ਵਿੱਚ ਸਾਰਾ ਹੀ ਜੋ ਹੈ ਵਿਵਸਥਾ ਇਸ ਵਿੱਚ ਦਰਜ ਹੈ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਜੇਕਰ ਪੁੱਛ ਲਿਆ ਜਾਵੇ ਜੋ ਵਪਾਰ ਵਣਜੀਕਰਨ ਦਾ ਜ਼ਿਕਰ ਸੰਵਿਧਾਨ ਦੇ ਕਿਸ ਭਾਗ ਵਿੱਚ ਤਾਂ ਹੈ ਉਹ 13ਵੇਂ ਭਾਗ ਦੇ ਵਿੱਚ ਹੈ। ਸੋ ਅੱਗੇ ਅਸੀਂ ਕਰਨਾ ਹੈ ਨੈਕਸਟ ਭਾਗ ਜੋ ਹੈ 14ਵੇਂ ਭਾਗ ਦੇ ਵਿੱਚ ਤੁਸੀਂ ਜੋ ਹੈ ਇਸ ਦੇ ਡਿਜਿਟ ਯਾਦ ਰੱਖਣੇ ਹਨ, ਬਹੁਤ ਹੀ ਇੰਪੋਰਟੈਂਟ। ਇਸ ਦੇ ਨਾਲ ਹੀ ਤੁਸੀਂ ਜੋ ਹੈ ਸਾਰਾ ਜੋ ਆਪਣਾ ਕਲੀਅਰ ਕਰ ਸਕਦੇ ਹੋ। ਜਿਵੇਂ ਅਸੀਂ ਉੱਪਰ ਜੋ ਹੈ ਫਿਰ ਲਿਖ ਲੈਂਦੇ ਹਾਂ ਆਪਣੀ ਜੋ ਹੈ RFTCEP। ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਨੈਕਸਟ ਜੋ ਹਨ ਕਿਸ ਤਰ੍ਹਾਂ ਸਾਨੂੰ ਯਾਦ ਹੁੰਦੇ ਹਨ ਜੋ ਭਾਗ ਹਨ। 14ਵੇਂ ਭਾਗ ਵਿੱਚ ਅਸੀਂ ਦੇਖ ਸਕਦੇ ਹਾਂ S ਤੋਂ ਅਸੀਂ ਕੀ ਯਾਦ ਰੱਖਣਾ ਹੈ, SE ਤੋਂ ਕੀ ਯਾਦ ਰੱਖਣਾ ਹੈ ਸਰਵਿਸਿਜ਼ ਅੰਡਰ ਦਾ ਯੂਨੀਅਨ ਐਂਡ ਸਟੇਟਸ। ਜੋ ਸੰਘ ਤੇ ਰਾਜਾਂ ਦੇ ਅਧੀਨ ਸੇਵਾਵਾਂ ਆਉਂਦੀਆਂ ਹਨ, 3 ਸੂਚੀਆਂ ਆਉਂਦੀਆਂ ਹਨ, ਸੰਘੀ ਸੂਚੀ, ਰਾਜ ਸੂਚੀ, ਸੰਵਰਤੀ ਸੂਚੀ। ਸੋ ਇਹ ਸਰਵਿਸਿਜ਼ ਜੋ ਆਉਂਦੀਆਂ ਹਨ ਉਹ ਭਾਗ 14 ਦੇ ਵਿੱਚ ਦਰਜ ਕੀਤੀਆਂ ਗਈਆਂ ਹਨ। ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਦੇ ਨਾਲ ਹੀ 14 ਦੇ ਵਿੱਚ ਜੋ ਹੈ ਟ੍ਰਿਬਿਊਨਲਸ ਭਾਵ ਇਸ ਦਾ ਕੀ ਹੈ, ਇਹ ਵਿਵਸਥਾ ਕੀਤੀ ਗਈ ਹੈ ਅਦਾਲਤਾਂ ਕਚਹਿਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਵਿੱਚ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਜੇਕਰ ਤੁਸੀਂ ਜੋ ਸੰਘ ਰਾਜਾਂ ਦੀਆਂ ਸੇਵਾਵਾਂ ਦਾ ਆਰਟੀਕਲ ਦੇਖੋ ਤਾਂ ਇਹ 308 ਤੋਂ ਲੈ ਕੇ 322 ਤੱਕ ਹੈ
ਤੇ ਜੋ ਨੈਕਸਟ ਅਸੀਂ ਟ੍ਰਿਬਿਊਨਲ ਜੋ ਕੀਤੀਆਂ ਹਨ ਅਦਾਲਤਾਂ ਕਚਹਿਰੀਆਂ ਦਾ ਜ਼ਿਕਰ ਹੈ ਉਹ 323A ਤੋਂ ਲੈ ਕੇ 323B ਆਰਟੀਕਲ ਦੇ ਵਿੱਚ ਕੀਤਾ ਗਿਆ ਹੈ। ਤੇ ਇਹ ਸਾਰਾ ਜੋ ਹੈ ਸੰਵਿਧਾਨ ਦੇ ਭਾਗ 14 ਦੇ ਵਿੱਚ ਹੈ ਤੇ 14A ਦੇ ਵਿੱਚ ਤੁਸੀਂ ਜੋ ਹੈ ਅਦਾਲਤਾਂ ਕਚਹਿਰੀਆਂ ਦਾ ਜੋ ਹੈ ਇਸ ਨੂੰ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟ ਹੈ। ਇਸ ਦੇ ਨਾਲ ਜੋ ਅਸੀਂ ਨੈਕਸਟ ਕਰਨ ਜਾ ਰਹੇ ਹਾਂ 2 ਡਿਜਿਟ ਬਚਦੇ ਹਨ, ਬਹੁਤ ਹੀ ਇੰਪੋਰਟੈਂਟ। ਇਸ ਦੇ ਨਾਲ ਰਿਲੇਟਡ ਪੇਪਰ ਵਿੱਚ ਕੁਐਸਚਨ ਆਉਂਦਾ ਹੀ ਆਉਂਦਾ ਹੈ। E ਤੇ P। E ਤੋਂ ਅਸੀਂ ਕੀ ਯਾਦ ਰੱਖਣਾ ਹੈ? ਇਲੈਕਸ਼ਨਸ ਦਾ ਪੁੱਛਿਆ ਜਾ ਸਕਦਾ ਹੈ ਕਿ ਇਸ ਭਾਗ ਦੇ ਵਿੱਚ ਇਲੈਕਸ਼ਨਸ ਦਾ ਜ਼ਿਕਰ ਹੈ, ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਤਾਂ ਇਹ ਭਾਗ ਹੈ 15 ਭਾਗ ਦੇ ਵਿੱਚ ਇਲੈਕਸ਼ਨਸ ਦਾ ਜੋ ਹੈ ਜ਼ਿਕਰ ਕੀਤਾ ਗਿਆ ਹੈ, ਚੋਣ ਨਾਲ ਸੰਬੰਧਿਤ। ਤੇ ਇਸ ਦਾ ਆਰਟੀਕਲ ਬਹੁਤ ਇੰਪੋਰਟੈਂਟ ਹੈ, ਜੋ ਅਸੀਂ ਕੱਲ੍ਹ ਦੀ ਵੀਡੀਓ ਵਿੱਚ ਵੀ ਜਾਣਿਆ ਸੀ। ਇਸ ਦੇ ਆਰਟੀਕਲ ਦੇ ਬਾਰੇ 324 ਤੋਂ ਲੈ ਕੇ 329 ਤੱਕ ਜੋ ਹੈ ਇਸ ਦਾ ਆਰਟੀਕਲ ਅਨੁਛੇਦ ਜੋ ਹੈ ਇਸ ਦੇ ਅੰਡਰ ਚੋਣ ਨਾਲ ਸੰਬੰਧਿਤ ਜੋ ਹੈ ਇਸ ਦਾ ਜ਼ਿਕਰ ਕੀਤਾ ਗਿਆ ਹੈ। ਸੋ ਫਰੈਂਡਸ ਤੁਸੀਂ ਭਾਗ ਜ਼ਰੂਰ ਯਾਦ ਰੱਖਣਾ ਹੈ, ਕਿਉਂਕਿ ਇਸ ਦਾ ਪਾਰਟ ਪੁੱਛਿਆ ਜਾ ਸਕਦਾ ਹੈ ਕਿ ਇਲੈਕਸ਼ਨਸ ਦਾ ਜੋ ਹੈ ਸੰਵਿਧਾਨ ਦੇ ਵਿੱਚ ਕਿਸ ਭਾਗ ਦੇ ਵਿੱਚ ਜੋ ਹੈ ਜ਼ਿਕਰ ਕੀਤਾ ਗਿਆ ਹੈ, ਵਿਵਸਥਾ ਕਿਸ ਭਾਗ ਦੇ ਵਿੱਚ ਕੀਤੀ ਗਈ ਹੈ। ਕਿਸੇ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਭਾਗ 15 ਕਿਸ ਨਾਲ ਸੰਬੰਧਿਤ ਹੈ, ਇਸ ਤਰ੍ਹਾਂ। ਸੋ ਤੁਸੀਂ ਯਾਦ ਰੱਖਣਾ ਹੈ ਜੋ ਇਲੈਕਸ਼ਨਸ ਹੈ ਚੋਣ ਨਾਲ ਸੰਬੰਧਿਤ ਹੈ ਉਹ ਭਾਗ 15 ਹੈ। ਨੈਕਸਟ P ਤੋਂ ਤੁਸੀਂ ਯਾਦ ਰੱਖਣਾ ਹੈ ਪ੍ਰੋਵੀਜ਼ਨਸ ਕਿਹੜੀਆਂ ਹਨ? ਰਿਲੇਟਡ ਟੂ ਸਰਟੇਨ ਕਲਾਸਿਸ, ਜੋ ਕੁਛ ਵਿਸ਼ੇਸ਼ ਵਿਵਸਥਾਵਾਂ ਵਰਗਾਂ ਦੇ ਲਈ ਕੀਤੀਆਂ ਗਈਆਂ ਹਨ, ਉਹ ਭਾਗ 16 ਦੇ ਵਿੱਚ ਦਰਜ ਹਨ। ਤੇ 330 ਤੋਂ ਲੈ ਕੇ 342 ਈਸਵੀ ਤੱਕ ਇਸ ਦੇ ਆਰਟੀਕਲਸ ਹਨ। ਸੋ ਤੁਸੀਂ ਚੋਣ ਨਾਲ ਸੰਬੰਧਿਤ ਜੋ ਸੰਘ ਦੇ ਰਾਜਾਂ ਅਧੀਨ ਸੰਬੰਧੀ ਜੋ ਹੈ ਵਿੱਤ ਸੰਬੰਧੀ ਸੰਘ ਰਾਜਾਂ ਦਾ ਜੋ ਰਿਲੇਸ਼ਨ ਹੈ ਸੰਬੰਧ ਸੰਬੰਧੀ, ਇਹ ਸਾਰੇ ਜੋ ਹਨ ਭਾਗ ਇਹ ਸਾਰੇ ਹੀ ਇੰਪੋਰਟੈਂਟ ਹਨ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਨੈਕਸਟ ਅਸੀਂ ਜੋ ਕਰ ਰਹੇ ਹਾਂ 17 ਤੋਂ ਲੈ ਕੇ 22 ਭਾਗਾਂ ਦਾ ਵਰਣਨ, ਉਸ ਦੇ ਵਿੱਚ ਕੀ ਆਉਂਦਾ ਹੈ। ਸੋ ਇਸ ਨੂੰ ਤੁਸੀਂ ਇੱਕ ਅਲੱਗ ਟ੍ਰਿਕ ਦੇ ਨਾਲ ਯਾਦ ਰੱਖਣਾ ਹੈ। ਲਿਮਿਟਸ, ਤੁਸੀਂ ਸਿਰਫ ਲਿਮਿਟਸ ਜੋ ਵਰਡ ਹੈ ਇਸ ਨੂੰ ਆਪਣੇ ਦਿਮਾਗ ਵਿੱਚ ਰੱਖਣਾ ਹੈ। ਇਸ ਦੇ ਨਾਲ ਤੁਹਾਡੇ ਜੋ ਹਨ ਅਗਲੇ ਸਾਰੇ ਹੀ ਆਰਟੀਕਲ ਜੋ ਹਨ ਜੋ ਭਾਗ ਹਨ ਉਹ ਤੁਹਾਨੂੰ ਈਜ਼ੀ ਵੇ ਨਾਲ ਯਾਦ ਹੋ ਜਾਣਗੇ। ਸਭ ਤੋਂ ਪਹਿਲਾਂ ਅਸੀਂ L ਡਿਜਿਟ ਦੇਖਦੇ ਹਾਂ। L ਤੋਂ ਹੈ ਲੈਂਗੁਏਜ, ਜੋ ਕਿ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਹੈ। ਪੇਪਰ ਦੇ ਵਿੱਚ ਲੈਂਗੁਏਜ ਦਾ ਪੁੱਛਿਆ ਹੀ ਜਾਂਦਾ ਹੈ ਕਿ ਕਿਸ ਭਾਗ ਦੇ ਵਿੱਚ ਹੈ। ਜੇ ਇਹ ਭਾਗ ਨਾ ਪੁੱਛਿਆ ਜਾਵੇ ਤਾਂ ਇਸ ਦਾ ਆਰਟੀਕਲ ਪੁੱਛ ਲਿਆ ਜਾਂਦਾ ਹੈ। ਸੋ ਤੁਸੀਂ ਦੋਨਾਂ ਨੂੰ ਹੀ ਜੋ ਹੈ ਉਹ ਧਿਆਨ ਦੇ ਵਿੱਚ ਰੱਖਣਾ ਹੈ। 17ਵੇਂ ਭਾਗ ਦੇ ਵਿੱਚ ਲੈਂਗੁਏਜ ਦਾ ਭਾਸ਼ਾ ਦਾ ਰਾਜ ਭਾਸ਼ਾ ਦਾ ਜ਼ਿਕਰ ਹੈ ਤੇ ਇਸ ਦਾ ਆਰਟੀਕਲ ਹੈ 343 ਤੋਂ ਲੈ ਕੇ 351। ਬਹੁਤ ਹੀ ਇੰਪੋਰਟੈਂਟ ਪੁੱਛ ਲਿਆ ਜਾਂਦਾ ਹੈ ਕਿ ਜੋ ਸੰਵਿਧਾਨ ਦੇ ਵਿੱਚ ਭਾਸ਼ਾਵਾਂ ਜੋ ਹਨ ਰਾਜ ਭਾਸ਼ਾ ਉਹ ਕਿਸ ਭਾਗ ਦੇ ਵਿੱਚ ਦਰਜ ਹਨ ਤੇ ਕਿਸ ਆਰਟੀਕਲ ਦੇ ਅੰਡਰ ਹਨ। 343 ਤੋਂ 351 ਤੇ 17ਵੇਂ ਭਾਗ ਦੇ ਵਿੱਚ ਤੁਸੀਂ ਇਸ ਨੂੰ ਜੋ ਹੈ ਮਾਈਂਡ ਵਿੱਚ ਯਾਦ ਰੱਖਣਾ ਹੈ। ਨੈਕਸਟ ਅਸੀਂ ਡਿਜਿਟ ਦੇਖ ਸਕਦੇ ਹਾਂ E ਤੋਂ ਅਸੀਂ ਯਾਦ ਰੱਖਣੀ ਹੈ ਐਮਰਜੈਂਸੀ ਪ੍ਰੋਵੀਜ਼ਨ, ਜੋ ਆਪਾਤਕਾਲੀਨ ਜੋ ਵਿਵਸਥਾਵਾਂ ਕੀਤੀਆਂ ਜਾਂਦੀਆਂ ਹਨ ਉਹ ਆਉਂਦੀਆਂ ਹਨ ਐਮਰਜੈਂਸੀ। ਤੇ ਇਸ ਦਾ ਆਰਟੀਕਲ ਬਹੁਤ ਵਾਰ ਪੇਪਰ ਵਿੱਚ ਰਿਪੀਟ ਹੋਇਆ ਹੈ ਕਿਸ ਆਰਟੀਕਲ ਦੇ ਅੰਡਰ ਐਮਰਜੈਂਸੀ ਪ੍ਰੋਵੀਜ਼ਨਸ ਆਪਾਤਕਾਲ ਜੋ ਹੈ ਵਿਵਸਥਾਵਾਂ ਜੋ ਆਉਂਦੀਆਂ ਹਨ। ਸੋ ਇਹਨਾਂ ਦਾ ਆਰਟੀਕਲ ਹੈ 352 ਤੋਂ 360। ਅਸੀਂ ਕੱਲ੍ਹ ਰਾਸ਼ਟਰਪਤੀ ਨਾਲ ਰਿਲੇਟਡ ਵੀ ਸੰਕਟਕਾਲੀਨ ਜੋ ਸ਼ਕਤੀਆਂ ਕੀਤੀਆਂ ਸਨ 352 ਆਰਟੀਕਲ 356 ਔਰ 360 ਦੇ ਵਿੱਚ ਉਹ ਰਾਸ਼ਟਰਪਤੀ ਦੀਆਂ ਸ਼ਕਤੀਆਂ ਉਸ ਵਿੱਚ ਜੋ ਸਨ ਦਿੱਤੀਆਂ ਗਈਆਂ ਸਨ, ਜਿਸ ਵਿੱਚ 352 ਦੇ ਵਿੱਚ ਅਸੀਂ ਬਾਹਰੀ ਯੁੱਧ ਲੱਗ ਜਾਵੇ ਤਾਂ ਰਾਸ਼ਟਰਪਤੀ ਜੋ ਆਪਾਤਕਾਲੀਨ ਜੋ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ। ਸੰਵਿਧਾਨਕ ਮਸ਼ੀਨਰੀ 356 ਦੇ ਅੰਡਰ ਫੇਲ ਹੋ ਜਾਵੇ ਤਾਂ ਕਰ ਸਕਦਾ ਹੈ। 60 ਦੇ ਅੰਦਰ ਵਿੱਤੀ ਸੰਕਟ ਜੋ ਹੈ ਉਸ ਨਾਲ ਰਿਲੇਟਡ ਸੀ। ਸੋ ਫਰੈਂਡਸ 352 ਤੋਂ ਲੈ ਕੇ 360 ਈਸਵੀ ਤੱਕ ਜੋ ਐਮਰਜੈਂਸੀ ਪ੍ਰੋਵੀਜ਼ਨ ਹਨ, 3 ਤਰ੍ਹਾਂ ਦਾ ਜੇਕਰ ਅਸੀਂ ਦੇਖਿਆ ਜਾਵੇ ਐਮਰਜੈਂਸੀ 3 ਤਰ੍ਹਾਂ ਦੀ ਲੱਗ ਸਕਦੀ ਹੈ। ਇੱਕ ਰਾਸ਼ਟਰੀ ਐਮਰਜੈਂਸੀ ਲੱਗਦੀ ਹੈ, ਇੱਕ ਰਾਸ਼ਟਰਪਤੀ ਦੁਆਰਾ ਰਾਸ਼ਟਰਪਤੀ ਜੋ ਹੈ ਲਗਾ ਸਕਦਾ ਹੈ, ਇੱਕ ਵਿੱਤੀ ਜੋ ਵਿੱਤ ਨਾਲ ਸੰਬੰਧਿਤ ਹੈ ਉਹ ਐਮਰਜੈਂਸੀ ਲੱਗ ਸਕਦੀ ਹੈ। ਸੋ ਤੁਸੀਂ ਤਿੰਨਾਂ ਨੂੰ ਜੋ ਹੈ ਉਹ ਯਾਦ ਰੱਖਣਾ ਹੈ ਤੇ ਇਸ ਦਾ ਆਰਟੀਕਲ ਬਹੁਤ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਨੈਕਸਟ ਜੋ ਆਰਟੀਕਲ ਹੈ ਇੰਨਾ ਇੰਪੋਰਟੈਂਟ ਜੋ ਭਾਗ ਨਹੀਂ ਹੈ, ਤੁਸੀਂ ਇਸ ਨੂੰ ਜੋ ਹੈ ਦੇਖ ਸਕਦੇ ਹੋ ਮਿਲਿਆ ਜੁਲਿਆ ਹੈ, ਇਸ ਦਾ ਜੋ ਮਤਲਬ ਨਿਕਲਦਾ ਹੈ 19ਵੇਂ ਭਾਗ ਦੇ ਵਿੱਚ ਇਹ ਦਰਜ ਹੈ। ਤੇ ਇਸ ਦੇ ਵਿੱਚ ਜ਼ਿਆਦਾ ਜੋ ਚਾਂਸਿਸ ਹਨ ਉਹ ਲੈਂਗੁਏਜ ਨਾਲ ਰਿਲੇਟਡ ਪੁੱਛਣ ਦੇ ਹਨ ਤੇ ਐਮਰਜੈਂਸੀ ਪ੍ਰੋਵੀਜ਼ਨਸ ਜੋ ਮੈਂ ਉੱਪਰ ਕਰਵਾ ਚੁੱਕੀ ਹਾਂ ਤੁਹਾਨੂੰ ਪਹਿਲਾਂ ਉਸ ਦੇ ਨਾਲ ਰਿਲੇਟਡ ਜੋ ਪੁੱਛਿਆ ਜਾ ਸਕਦਾ ਹੈ। ਸੋ ਨੈਕਸਟ ਭਾਗ ਅਸੀਂ ਕਰਾਂਗੇ ਬੀ ਭਾਗ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਜੋ ਕੰਸੈਪਟ ਮਿਲਦਾ ਹੈ ਸਾਨੂੰ ਸੰਵਿਧਾਨ ਦੀ ਸੋਧ ਪ੍ਰਕਿਰਿਆ ਦਾ, ਜੋ ਅਮੈਂਡਮੈਂਟ ਨਾਲ ਰਿਲੇਟਡ ਹੈ ਉਹ ਸਾਡੇ ਜੋ ਸੰਵਿਧਾਨ ਦੇ ਭਾਗ B ਦੇ ਵਿੱਚ ਜੋ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਦੇ ਵਿੱਚ ਵੈਰੀ ਇੰਪੋਰਟੈਂਟ ਹੈ। ਇਸ ਦੇ ਪੁੱਛਣ ਦੇ ਬਹੁਤ ਚਾਂਸਿਸ ਹਨ ਕਿ ਸੰਵਿਧਾਨਿਕ ਸੋਧ ਪ੍ਰਕਿਰਿਆ ਕਿਸ ਦੇਸ਼ ਤੋਂ ਲਈ ਗਈ ਹੈ, ਕਿਸ ਭਾਗ ਵਿੱਚ ਦਰਜ ਹੈ, ਆਰਟੀਕਲ ਕਿਹੜਾ ਹੈ। ਸੋ ਅਸੀਂ ਤਿੰਨਾਂ ਚੀਜ਼ਾਂ ਨੂੰ ਯਾਦ ਰੱਖਣਾ ਹੈ। ਸੰਵਿਧਾਨਿਕ ਸੋਧ ਪ੍ਰਕਿਰਿਆ ਜੋ ਹੈ ਉਹ ਦੱਖਣੀ ਅਫਰੀਕਾ ਤੋਂ ਲਈ ਗਈ ਹੈ, ਆਰਟੀਕਲ ਇਸ ਦਾ 368 ਹੈ ਤੇ ਇਹ ਭਾਗ ਕਿਨਵੇਂ 'ਚ ਹੈ 20ਵੇਂ ਭਾਗ ਦੇ ਵਿੱਚ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਜੋ ਹੈ ਬਹੁਤ ਹੀ ਜੋ ਹੈ
ਧਿਆਨ ਦੇ ਨਾਲ ਇਸ ਨੂੰ ਜੋ ਹੈ ਰਿਪੀਟ ਵੀ ਆਪਣੇ ਮਾਈਂਡ ਦੇ ਵਿੱਚ ਕਰਨਾ ਹੈ, ਇਸ ਨੂੰ ਯਾਦ ਵੀ ਰੱਖਣਾ ਹੈ, ਕਿਉਂਕਿ ਪੇਪਰ ਵਿੱਚ ਜੇਕਰ ਪੁੱਛ ਲਿਆ ਜਾਵੇ ਤਾਂ ਤੁਹਾਨੂੰ ਕੋਈ ਵੀ ਕਨਫਿਊਜ਼ਨ ਇੱਥੇ ਨਾ ਹੋਵੇ। 20ਵੇਂ ਭਾਗ ਦੇ ਵਿੱਚ ਸੰਵਿਧਾਨਿਕ ਸੋਧ ਪ੍ਰਕਿਰਿਆ ਦੱਖਣੀ ਅਫਰੀਕਾ ਤੋਂ ਲਈ ਗਈ ਅਤੇ 368 ਆਰਟੀਕਲ ਦੇ ਅੰਡਰ ਹੈ। ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਨੈਕਸਟ 2 ਭਾਗ ਸਾਡੇ ਬਚਦੇ ਹਨ ਸੰਵਿਧਾਨ ਦੇ, ਉਸ ਵਿੱਚ ਕੀ ਹੈ ਅਸੀਂ ਜਾਣਦੇ ਹਾਂ। 21ਵੇਂ ਭਾਗ ਦੇ ਵਿੱਚ ਹੈ ਟੈਂਪਰੇਰੀ ਟ੍ਰਾਂਜੀਸ਼ਨਸ ਐਂਡ ਸਪੈਸ਼ਲ ਪ੍ਰੋਵੀਜ਼ਨ, ਜੋ ਅਸਥਾਈ ਵਿਸ਼ੇਸ਼ ਵਿਵਸਥਾਵਾਂ ਨੇ ਇਸ ਵਿੱਚ ਜੋ ਹਨ ਸ਼ਾਮਿਲ ਕੀਤੀਆਂ ਗਈਆਂ ਹਨ। ਟੈਂਪਰੇਰੀ ਜੇ ਇੰਨਾ ਇੰਪੋਰਟੈਂਟ ਇਹ ਭਾਗ ਨਹੀਂ ਹੈ, ਫਿਰ ਵੀ ਤੁਸੀਂ ਇਸ ਨੂੰ ਯਾਦ ਰੱਖਣਾ ਹੈ। 369 ਤੋਂ ਲੈ ਕੇ 392 ਜੋ ਆਰਟੀਕਲ ਹਨ ਇਸ ਦੇ ਅੰਡਰ, ਉਹ ਇਸ ਦੇ ਵਿੱਚ ਸ਼ਾਮਿਲ ਹਨ। ਸੋ ਬਹੁਤ ਹੀ ਜ਼ਿਆਦਾ ਜੋ ਇੰਪੋਰਟੈਂਟ ਹੈ। ਨੈਕਸਟ ਜੋ ਭਾਗ ਹੈ ਉਹ ਹੈ ਸ਼ਾਰਟ ਟਾਈਟਲ ਕਮੈਂਸਮੈਂਟ ਅਥੋਰੀਟੇਟਿਵ ਟੈਕਸਟ ਇਨ ਹਿੰਦੀ। ਇਸ ਦੇ ਵਿੱਚ ਜੋ ਹੈ ਛੋਟੇ ਨਾਮ ਦੇ ਛੋਟੇ ਅੱਖਰ, ਜੋ ਇਸ ਤਰ੍ਹਾਂ ਦਾ ਜੋ ਕਮੈਂਸਮੈਂਟ ਅਥੋਰੀਟੇਟਿਵ ਟੈਕਸਟ ਇਨ ਹਿੰਦੀ ਦੇ ਵਿੱਚ ਅਥੋਰੀਟੇਟਿਵ ਕੀਤੀ ਗਈ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਇਹ ਨਹੀਂ ਹੈ, ਪਰ ਜੋ ਉੱਪਰ ਅਸੀਂ ਜੋ ਹੈ ਸੰਵਿਧਾਨ ਦੇ ਭਾਗ ਕਰ ਚੁੱਕੇ ਹਾਂ ਉਹ ਬਹੁਤ ਇੰਪੋਰਟੈਂਟ ਹੈ। ਇਸ ਦੇ ਨਾਲ ਜੋ ਨੈਕਸਟ ਇੰਪੋਰਟੈਂਟ ਕੁਐਸਚਨ ਅਸੀਂ ਕਰਾਂਗੇ, ਜੋ ਕਿ ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਹਨ, ਕਿਸ ਤਰ੍ਹਾਂ ਦੇ ਪੁੱਛੇ ਜਾ ਸਕਦੇ ਹਨ, ਉਸ ਦੇ ਨਾਲ ਅਸੀਂ ਰੂਬਰੂ ਹੋਵਾਂਗੇ। ਉਹ ਕਿਸ ਤਰ੍ਹਾਂ ਦੇ ਕੁਐਸਚਨ ਹਨ, ਸਭ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ ਸੰਵਿਧਾਨ ਨਿਰਮਾਣ ਸਮੇਂ ਮੂਲ ਸੰਵਿਧਾਨ ਵਿੱਚ ਕਿੰਨੇ ਭਾਗਾਂ ਦਾ ਵਰਣਨ ਸੀ ਤੇ ਕਿੰਨੀਆਂ ਅਨੁਸੂਚੀਆਂ ਸਨ। ਫਰੈਂਡਸ, ਜੇਕਰ ਅਸੀਂ ਸੰਵਿਧਾਨ ਨਿਰਮਾਣ ਸਮੇਂ ਮੂਲ ਸੰਵਿਧਾਨ ਵਿੱਚ ਭਾਗਾਂ ਦਾ ਵਰਣਨ ਕਰੀਏ ਤਾਂ ਭਾਗ ਤਾਂ ਇਸ ਦੇ 22 ਸਨ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਸੰਵਿਧਾਨ ਦੇ ਜਦੋਂ ਨਿਰਮਾਣ ਹੋਇਆ ਸੀ 22 ਭਾਗ ਸਨ, ਪਰ ਜੋ ਅਨੁਸੂਚੀਆਂ ਸਨ ਉਹ 22 ਨਹੀਂ ਸਨ, ਉਹ ਅਨੁਸੂਚੀਆਂ ਸਨ 8 ਅਨੁਸੂਚੀਆਂ ਸਨ। ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਬਹੁਤ ਹੀ ਜੋ ਹੈ ਇੰਪੋਰਟੈਂਟ ਜੋ ਇਹ ਕੁਐਸਚਨ ਪੁੱਛ ਲਿਆ ਜਾਂਦਾ ਹੈ, ਸੰਵਿਧਾਨ ਨਿਰਮਾਣ ਸਮੇਂ ਮੂਲ ਸੰਵਿਧਾਨ ਵਿੱਚ ਕਿੰਨੇ ਭਾਗ ਸਨ, ਤਾਂ 22। ਜੇਕਰ ਅਨੁਸੂਚੀਆਂ ਪੁੱਛੀਆਂ ਜਾਣ ਤਾਂ 8। ਪਰ ਜੇਕਰ ਹੁਣ ਵਰਤਮਾਨ ਸਮੇਂ ਵਿੱਚ ਅਨੁਸੂਚੀਆਂ ਦੀ ਗੱਲ ਕੀਤੀ ਜਾਵੇ ਤਾਂ 12 ਅਨੁਸੂਚੀਆਂ ਜੋ ਹਨ ਸੰਵਿਧਾਨ ਦੇ ਵਿੱਚ ਹਨ। 12 ਅਨੁਸੂਚੀਆਂ ਹਨ ਤੇ 22 ਭਾਗ ਹਨ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਅਨੁਛੇਦ ਕਿੰਨੇ ਹਨ ਮੂਲ ਸੰਵਿਧਾਨ ਸਮੇਂ? ਅਨੁਛੇਦ ਇਸ ਦੇ 395 ਅਨੁਛੇਦ ਸਨ। ਤੁਸੀਂ ਇਸ ਨੂੰ ਯਾਦ ਰੱਖਣਾ ਹੈ, 395। ਪਰ ਜੋ ਹੁਣ ਵਰਤਮਾਨ ਸਮੇਂ ਹੈ ਉਹ 465 ਅਨੁਛੇਦ ਦੱਸੇ ਜਾਂਦੇ ਹਨ ਜੋ ਸੰਵਿਧਾਨ ਦੇ ਵਿੱਚ ਹਨ ਵਰਤਮਾਨ ਦੇ ਸਮੇਂ। ਤੁਸੀਂ ਵਰਤਮਾਨ ਅਨੁਛੇਦ ਵੀ ਯਾਦ ਰੱਖਣੇ ਹਨ। ਜੇਕਰ ਮੂਲ ਸੰਵਿਧਾਨ ਸਮੇਂ ਅਨੁਛੇਦ ਪੁੱਛ ਲਏ ਜਾਣ ਤਾਂ 395, ਇਸ ਨੂੰ ਵੀ ਯਾਦ ਰੱਖਣਾ ਹੈ। ਬਹੁਤ ਹੀ ਇੰਪੋਰਟੈਂਟ ਜੋ ਇਹ ਫੈਕਟ ਹਨ ਫਰੈਂਡਸ, ਇਸ ਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਣਗੇ। ਜੇਕਰ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਹੋਏਗਾ ਤਾਂ ਤੁਹਾਡੇ ਬਹੁਤ ਸਾਰੇ ਜੋ ਕਨਸੈਪਟ ਹਨ ਉਹ ਕਲੀਅਰ ਹੋ ਗਏ ਹੋਣਗੇ। ਇਸ ਦੇ ਨਾਲ ਹੀ ਜੋ ਨੈਕਸਟ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ, ਭਾਰਤ ਰਾਜਾਂ ਦਾ ਇੱਕ ਸੰਘ ਹੋਵੇਗਾ, ਕਿਸ ਭਾਗ ਵਿੱਚ ਕਿਹਾ ਗਿਆ ਹੈ? ਇਸ ਤਰ੍ਹਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਭਾਰਤ ਜੋ ਹੈ ਉਹ ਰਾਜਾਂ ਦਾ ਇੱਕ ਸੰਘ ਹੈ, ਕਿਸ ਭਾਗ ਵਿੱਚ? ਇਹ ਜੋ ਲਾਈਨ ਹੈ, ਇਹ ਜੋ ਜ਼ਿਕਰ ਕੀਤਾ ਗਿਆ ਹੈ, ਕਿਸ ਭਾਗ ਵਿੱਚ ਹੈ? ਤੇ ਅਸੀਂ ਜਦੋਂ ਸੰਵਿਧਾਨ ਦੇ ਭਾਗ ਕੀਤੇ ਸਨ ਇੱਕ ਪ੍ਰੀਵੀਅਸ ਵੀਡੀਓ ਦੇ ਵਿੱਚ, ਉਸ ਦੇ ਪਹਿਲੇ ਭਾਗ ਦੇ ਵਿੱਚ ਹੀ ਜੋ ਸੀ ਰਾਜਾਂ ਦਾ ਸੰਘ ਜੋ ਹੈ ਉਸ ਦਾ ਜੋ ਹੈ ਜ਼ਿਕਰ ਕੀਤਾ ਗਿਆ ਸੀ ਸੰਵਿਧਾਨ ਦੇ ਭਾਗ 1 ਵਿੱਚ। ਜੇਕਰ ਇਸ ਦਾ ਜੋ ਹੈ ਆਰਟੀਕਲ ਪੁੱਛ ਲਿਆ ਜਾਵੇ ਤਾਂ 1 ਤੋਂ ਜੋ ਹੈ 4 ਆਰਟੀਕਲ ਦੇ ਅੰਡਰ ਇਸ ਦਾ ਜ਼ਿਕਰ ਕੀਤਾ ਗਿਆ ਹੈ। ਬਹੁਤ ਹੀ ਇੰਪੋਰਟੈਂਟ ਫੈਕਟ ਹਨ। ਇਸ ਤਰ੍ਹਾਂ ਕੁਐਸਚਨ ਦੇ ਵਿੱਚ ਜੋ ਇਸ ਤਰ੍ਹਾਂ ਦੇ ਕੁਐਸਚਨ ਜੋ ਹਨ ਉਹ ਪੇਪਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਹਨ। ਨੈਕਸਟ ਹੈ ਸੰਵਿਧਾਨ ਦੀ ਜੋ ਭਾਰਤ ਦੇ ਸੰਵਿਧਾਨ 2 ਵਿੱਚ ਕੀ ਦਰਜ ਹੈ? 2 ਵੀ ਪੁੱਛਿਆ ਜਾ ਸਕਦਾ ਹੈ। ਜਿਵੇਂ ਪਹਿਲੇ ਭਾਗ ਦਾ ਪੁੱਛਿਆ ਜਾ ਸਕਦਾ ਹੈ ਕਿ ਰਾਜਾਂ ਦਾ ਸੰਘ ਹੋਵੇਗਾ ਕਿਸ ਭਾਗ ਵਿੱਚ ਹੈ, ਤਾਂ ਉਹ 1 ਵਿੱਚ ਹੋਇਆ। ਤੇ ਭਾਗ 2 ਵਿੱਚ ਪੁੱਛਿਆ ਜਾ ਸਕਦਾ ਹੈ ਕੀ ਹੈ? ਸੋ ਜੇਕਰ ਤੁਸੀਂ ਮੇਰੀ ਪਿਛਲੀਆਂ ਵੀਡੀਓਜ਼ ਨੂੰ ਧਿਆਨ ਵਿੱਚ ਦੇਖਿਆ ਹੋਵੇਗਾ ਤਾਂ ਅਸੀਂ ਭਾਰਤ ਦੇ ਸੰਵਿਧਾਨ 2 ਜੋ ਭਾਗ ਸੀ ਉਸ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਨਾਗਰਿਕਤਾ ਦਾ। ਬਹੁਤ ਹੀ ਜੋ ਇੰਪੋਰਟੈਂਟ ਸੀ। UCFD ਅਸੀਂ ਜੋ ਹਨ ਇਸ ਦੇ ਨਾਲ ਪਹਿਲੇ ਸੰਵਿਧਾਨ ਦੇ 4 ਭਾਗ ਕੀਤੇ ਸਨ। U ਤੋਂ ਸਾਡਾ ਜੋ ਹੈ ਰਾਜਾਂ ਦਾ ਸੰਘ ਯੂਨੀਅਨ ਐਂਡ ਜੋ ਉਸ ਦੇ ਵਿੱਚ ਸਾਡਾ ਸੰਘ ਹੋਵੇਗਾ ਉਹ ਕਲੀਅਰ ਹੋ ਗਿਆ। ਇਸ ਦੇ ਨਾਲ C ਤੋਂ ਸਾਡੀ ਹੋ ਜਾਂਦੀ ਹੈ ਸਿਟੀਜ਼ਨਸ਼ਿਪ, F ਤੋਂ ਹੋ ਜਾਂਦੇ ਹਨ ਫੰਡਾਮੈਂਟਲ ਰਾਈਟਸ, D ਤੋਂ ਹੋ ਜਾਂਦੇ ਹਨ ਡਾਇਰੈਕਟਿਵ ਪ੍ਰਿੰਸੀਪਲਸ। ਸੋ ਇਸ ਤਰ੍ਹਾਂ ਅਸੀਂ ਜੋ ਹੈ ਇੰਪੋਰਟੈਂਟ ਭਾਗਾਂ ਨੂੰ ਜੋ ਯਾਦ ਰੱਖਣਾ ਹੈ। ਇਸ ਟ੍ਰਿਕ ਦੇ ਨਾਲ ਜੇਕਰ ਤੁਹਾਨੂੰ ਆਸਾਨੀ ਨਾਲ ਯਾਦ ਹੁੰਦਾ ਹੋਏਗਾ ਤੇ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਜੋ ਹੈ ਤੁਹਾਨੂੰ ਪੇਪਰ ਵਿੱਚ ਨਹੀਂ ਹੋਏਗੀ। ਸੋ ਸੰਵਿਧਾਨ ਦੇ 2 ਵਿੱਚ ਤੁਹਾਨੂੰ ਕਲੀਅਰ ਹੋ ਚੁੱਕਿਆ ਹੋਏਗਾ ਕਿ ਸਿਟੀਜ਼ਨਸ਼ਿਪ ਜੋ ਨਾਗਰਿਕਤਾ ਹੈ ਉਹ ਸੰਵਿਧਾਨ ਦੇ ਭਾਗ 2 ਵਿੱਚ ਦਰਜ ਹੈ। ਫਰੈਂਡਸ, ਜੇਕਰ ਇਸ ਦਾ ਆਰਟੀਕਲ ਦੇਖਿਆ ਜਾਵੇ ਤਾਂ 5 ਤੋਂ 11 ਦੇ ਵਿੱਚ ਜੋ ਹੈ ਨਾਗਰਿਕਤਾ ਦਾ ਜ਼ਿਕਰ ਕੀਤਾ ਗਿਆ ਹੈ। ਤੇ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਵੇ ਭਾਰਤ ਵਿੱਚ ਕਿਹੜੀ ਨਾਗਰਿਕਤਾ ਹੈ ਤਾਂ ਇਹ ਹੈ ਇਕੈਰੀ ਨਾਗਰਿਕਤਾ। ਸੰਵਿਧਾਨ ਦੇ ਭਾਰਤ ਦੇ ਸੰਵਿਧਾਨ ਵਿੱਚ ਇਕੈਰੀ ਨਾਗਰਿਕਤਾ ਦਾ ਜੋ ਹੈ ਉਹ ਪ੍ਰਾਵਧਾਨ ਹੈ। ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਤੁਸੀਂ ਯਾਦ ਰੱਖਣਾ ਹੈ।
ਇਸ ਦੇ ਨਾਲ ਨੈਕਸਟ ਆਪਾਂ ਕਰਦੇ ਹਾਂ ਮੌਲਿਕ ਅਧਿਕਾਰਾਂ ਦਾ ਵਰਣਨ ਜੋ ਹੈ ਸੰਵਿਧਾਨ ਦੇ ਕਿਸ ਭਾਗ ਦੇ ਅੰਦਰ ਕੀਤਾ ਗਿਆ ਹੈ। ਸੋ ਅਸੀਂ ਦੇਖ ਹੀ ਚੁੱਕੇ ਹਾਂ ਸੰਵਿਧਾਨ ਦੇ ਭਾਗ ਜੋ F ਤੀਸਰਾ ਜੋ ਡਿਜਿਟ ਹੈ ਇਸ ਤੋਂ ਨਿਕਲਦੇ ਹਨ ਫੰਡਾਮੈਂਟਲ ਰਾਈਟਸ, ਸਾਡੇ ਮੌਲਿਕ ਅਧਿਕਾਰ। ਪਰ ਇਸ ਦਾ ਜੋ ਆਰਟੀਕਲ ਹੈ ਉਹ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਯਾਦ ਰੱਖਣਾ ਹੈ। ਇਹ ਆਰਟੀਕਲ 12 ਤੋਂ 35 ਹੈ ਤੇ ਭਾਗ ਇਸ ਦਾ 3 ਹੈ। ਸੋ ਇਸ ਤਰ੍ਹਾਂ ਤੁਸੀਂ ਜੋ ਹੈ ਇਹਨਾਂ ਫੈਕਟਾਂ ਨੂੰ ਜੋ ਲਿਖ ਕੇ ਵੀ ਦੇਖ ਸਕਦੇ ਹੋ, ਨੋਟਸ ਬਣਾ ਕੇ ਆਪਣੇ ਜੋ ਮਾਈਂਡ ਦੇ ਵਿੱਚ ਇੱਕ ਕੰਸੈਪਟ ਰੱਖਣਾ ਹੈ, ਇੱਕ ਟ੍ਰਿਕ ਰਾਹੀਂ ਇਹਨਾਂ ਸਾਰੇ ਹੀ ਫੈਕਟ ਨੂੰ ਇੰਪੋਰਟੈਂਟ ਨੂੰ ਯਾਦ ਰੱਖਣਾ ਹੈ। ਲਾਸਟ ਅਸੀਂ ਬਹੁਤ ਹੀ ਜੋ ਹੈ ਇੰਪੋਰਟੈਂਟ ਕੁਐਸਚਨ ਡਿਸਕਸ ਕਰਦੇ ਹਾਂ, ਬਹੁਤ ਹੀ ਇੰਪੋਰਟੈਂਟ, ਜਿਸ ਦੇ ਨਾਲ ਰਿਲੇਟਡ ਅਸੀਂ ਵੀਡੀਓ ਦੇ ਵਿੱਚ ਬਹੁਤ ਜੋ ਹੈ ਵਿਸਥਾਰ ਦੇ ਨਾਲ ਆਰਟੀਕਲ ਨੂੰ ਜਾਣਿਆ ਸੀ। ਭਾਰਤੀ ਸੰਵਿਧਾਨ ਦਾ ਉਹ ਕਿਹੜਾ ਭਾਗ ਹੈ ਜਿਸ ਵਿੱਚ ਸੰਘ ਭਾਵ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਮੰਤਰੀ ਪ੍ਰੀਸ਼ਦ, ਰਾਜ ਸਭਾ, ਲੋਕ ਸਭਾ ਆਦਿ ਸ਼ਾਮਿਲ ਹਨ, ਉਹ ਕਿਹੜਾ ਹੈ? ਜਿਸ ਦੇ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਮੰਤਰੀ ਪ੍ਰੀਸ਼ਦ, ਰਾਜ ਸਭਾ, ਲੋਕ ਸਭਾ ਇਹ ਸਾਰੇ ਸ਼ਾਮਿਲ ਹੁੰਦੇ ਹਨ, ਉਹ ਭਾਗ ਕਿਹੜਾ ਹੈ? ਫਰੈਂਡਸ ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ, ਬਹੁਤ ਹੀ ਜ਼ਿਆਦਾ ਜੋ ਹੈ ਇੰਪੋਰਟੈਂਟ ਹੈ। ਤਾਂ ਉਹ ਅਸੀਂ ਭਾਗ ਕੀਤਾ ਸੀ 5, ਪੰਜਵੇਂ ਭਾਗ ਦੇ ਵਿੱਚ ਸੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਇਸ ਦੇ ਨਾਲ ਰਿਲੇਟਡ ਜੋ ਹੈ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਇਸ ਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਜੋ ਹੈ ਕਲੀਅਰ ਵੇ ਦੇ ਨਾਲ ਰਾਸ਼ਟਰਪਤੀ ਦਾ ਆਰਟੀਕਲ, ਉਪ ਰਾਸ਼ਟਰਪਤੀ ਦਾ, ਮੰਤਰੀ ਪ੍ਰੀਸ਼ਦ, ਜੋ ਸਾਰੇ ਆਰਟੀਕਲ ਜੋ ਸਨ ਚੰਗੀ ਤਰ੍ਹਾਂ ਕੀਤੇ ਸਨ। ਜੇਕਰ ਤੁਸੀਂ ਮੇਰੇ ਪਿਛਲੀਆਂ ਵੀਡੀਓਜ਼ ਚੰਗੀ ਤਰ੍ਹਾਂ ਨਹੀਂ ਦੇਖੀਆਂ ਤਾਂ ਫਰੈਂਡਸ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਤਾਂ ਪਿਛਲੀਆਂ ਵੀਡੀਓਜ਼ ਜੋ ਹਨ ਇੰਪੋਰਟੈਂਟ ਜੋ ਐਗਜ਼ਾਮ ਰੈਲੇਵੈਂਟ ਹਨ ਉਹਨਾਂ ਨੂੰ ਦੇਖਣਾ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੰਸੈਪਟ ਜੋ ਹਨ ਉਹ ਭਾਗ ਜੋ ਭਾਰਤੀ ਸੰਵਿਧਾਨ ਦੇ ਉਹ ਕਲੀਅਰ ਹੋ ਚੁੱਕੇ ਹੋਣਗੇ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਸੋ ਨੈਕਸਟ ਵੀਡੀਓ ਦੇ ਵਿੱਚ ਵੀ ਅਸੀਂ ਜੋ ਹੈ ਬਹੁਤ ਹੀ ਇੰਪੋਰਟੈਂਟ ਫੈਕਟ ਕਰਾਂਗੇ, ਜੋ ਮੌਲਿਕ ਅਧਿਕਾਰ ਹੋਣਗੇ ਉਹਨਾਂ ਨੂੰ ਪੂਰਾ ਆਰਟੀਕਲ ਵਾਈਜ਼ ਕਰਾਂਗੇ, ਕਿਹੜੇ ਕਿਹੜੇ ਆਰਟੀਕਲ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਹਨ। ਸੋ ਫਰੈਂਡਸ ਥੈਂਕ ਯੂ ਅੱਜ ਦੀ ਵੀਡੀਓ ਲਈ, ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ।